किताब तूफानां दा शाह असवार शहीद करतार सिंह सराभा। लेखक सरदार अजमेर सिंह। भाग 19वां। आवाज़ भाई गुरजंट सिंह रूपोवाली। कामागाटा मारू कांड ਅਤੇ ਸੰਸਾਰ ਜੰਗ ਛਿੜ ਪਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਮਈ 1910 ਨੂੰ ਕੈਨੇਡਾ ਸਰਕਾਰ ਨੇ ਇੱਕ ਕਾਨੂੰਨ ਘੜਿਆ ਜਿਸ ਵਿੱਚ ਇਹ ਸ਼ਰਤ ਰੱਖੀ ਗਈ ਕਿ ਅਗਾਂਹ ਨੂੰ ਉਹ ਆਦਮੀ ਹੀ ਕੈਨੇਡਾ ਵਿੱਚ ਉਤਰ ਸਕੇਗਾ ਜੋ ਆਪਣੇ ਦੇਸ਼ ਤੋਂ ਜਹਾਜ਼ ਚੜ੍ਹ ਕੇ ਸਿੱਧਾ ਕੈਨੇਡਾ ਪੁੱਜੇਗਾ। ਉਸ ਵੇਲੇ ਹਿੰਦੁਸਤਾਨ ਤੋਂ ਕੋਈ ਵੀ ਸਿੱਧਾ ਜਹਾਜ਼ ਕੈਨੇਡਾ ਨੂੰ ਨਹੀਂ ਚੱਲਦਾ ਸੀ। ਕੈਨੇਡਾ ਸਰਕਾਰ ਦੀ ਇਸ ਕੁਟਲ ਚਾਲ ਨੂੰ ਫੇਲ ਕਰਨ ਲਈ ਭਾਈ ਗੁਰਦਿੱਤ ਸਿੰਘ ਨਾਮੀ ਵਪਾਰੀ ਨੇ ਜਾਪਾਨ ਦੀ ਇੱਕ ਕੰਪਨੀ ਕੋਲੋਂ ਕਾਮਾਗਾਟਾ ਮਾਰੂ ਨਾਂ ਦਾ ਮਾਲ ਢੋਣ ਵਾਲਾ ਜਹਾਜ਼ ਕਿਰਾਏ ਉੱਤੇ ਲੈ ਲਿਆ। ਜਾਪਾਨੀ ਭਾਸ਼ਾ ਵਿੱਚ ਸਮੁੰਦਰੀ ਜਹਾਜ਼ ਨੂੰ ਮਾਰੂ ਕਿਹਾ ਜਾਂਦਾ ਹੈ। ਉਹਨਾਂ ਨੇ ਕਲਕੱਤੇ ਵਿਖੇ ਆਪਣੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਖੋਲ੍ਹੀ ਅਤੇ ਕਾਮਾਗਾਟਾ ਮਾਰੂ ਨਾਮ ਬਦਲ ਕੇ ਗੁਰੂ ਨਾਨਕ ਜਹਾਜ਼ ਕਰ ਦਿੱਤਾ। ਕੈਨੇਡਾ ਸਰਕਾਰ ਦੀ ਸ਼ਰਤ ਪੂਰੀ ਕਰਨ ਲਈ ਇਸ ਜਹਾਜ਼ ਨੂੰ ਕਲਕੱਤੇ ਤੋਂ ਤੋਰਨ ਦੀ ਵਿਉਂਤ ਬਣਾਈ ਗਈ, ਪਰ ਭਾਰਤ ਸਰਕਾਰ ਨੇ ਭਾਈ ਗੁਰਦਿੱਤ ਸਿੰਘ ਨੂੰ ਕਲਕੱਤੇ ਤੋਂ ਮੁਸਾਫਰ ਨਾ ਲੈਣ ਦਿੱਤੇ। ਹਾਰ ਕੇ ਜਹਾਜ਼ ਹਾਂਗਕਾਂਗ ਤੋਂ ਤੋਰਨਾ ਪਿਆ। 2 ਅਪ੍ਰੈਲ ਨੂੰ ਹਾਂਗਕਾਂਗ ਦੇ ਘਾਟ ਉੱਤੇ ਅਖੰਡ ਪਾਠ ਆਰੰਭ ਕੀਤਾ ਗਿਆ ਅਤੇ 4 ਅਪ੍ਰੈਲ ਨੂੰ ਅਖੰਡ ਪਾਠ ਦੀ ਸਮਾਪਤੀ ਤੇ ਅਰਦਾਸ ਹੋਈ ਅਤੇ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਣ ਦੀ ਰਸਮ ਪੂਰੀ ਕੀਤੀ ਗਈ। ਅਰਦਾਸ ਉਪਰੰਤ ਗੁਰੂ ਨਾਨਕ ਜਹਾਜ਼ 60 ਮੁਸਾਫਰ ਲੈ ਕੇ ਹਾਂਗਕਾਂਗ ਤੋਂ ਰਵਾਨਾ ਹੋਇਆ। ਜਹਾਜ਼ ਅੰਦਰ ਪੂਰਨ ਗੁਰਮਰਜ਼ਾਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਆਰਜੀ ਤੌਰ ਤੇ ਗੁਰਦੁਆਰਾ ਵੀ ਸਥਾਪਿਤ ਕੀਤਾ ਗਿਆ ਸੀ। ਹਾਂਗਕਾਂਗ ਤੋਂ ਚੱਲ ਕੇ ਪਹਿਲਾਂ ਸ਼ੰਘਾਈ ਤੇ ਫਿਰ ਜਾਪਾਨ ਦੇ ਮੋਜੀ ਤੇ ਯੋਕੋਹਾਮਾ ਘਾਟਾਂ ਤੋਂ ਹੋਰ ਮੁਸਾਫਰ ਲਏ ਗਏ। 2 ਮਈ ਨੂੰ ਇਹ ਜਹਾਜ਼ ਕੁੱਲ 376 ਮੁਸਾਫਰ ਲੈ ਕੇ ਯੋਕੋਹਾਮਾ ਤੋਂ ਕੈਨੇਡਾ ਲਈ ਚੱਲ ਪਿਆ। ਵਿਕਟੋਰੀਆ ਹੁੰਦਾ ਇਹ 23 ਮਈ ਨੂੰ ਵੈਨਕੂਵਰ ਦੇ ਪਾਣੀਆਂ ਵਿੱਚ ਪਹੁੰਚ ਗਿਆ, ਪਰ ਕੈਨੇਡਾ ਸਰਕਾਰ ਨੇ ਜਹਾਜ਼ ਨੂੰ ਪੱਤਣ ਉੱਤੇ ਨਾ ਲੱਗਣ ਦਿੱਤਾ। ਜਹਾਜ਼ ਨੂੰ ਚਾਰੇ ਪਾਸਿਓਂ ਪੁਲਿਸ ਨੇ ਘੇਰੇ ਵਿੱਚ ਲੈ ਲਿਆ। ਜਹਾਜ਼ ਵਿੱਚੋਂ ਨਾ ਕੋਈ ਬੰਦਾ ਉਤਰਨ ਦਿੱਤਾ, ਨਾ ਕੋਈ ਖਾਣ ਪੀਣ ਦੀ ਵਸਤ ਜਹਾਜ਼ ਉੱਤੇ ਜਾਣ ਦਿੱਤੀ। ਇਸ ਤਰ੍ਹਾਂ ਮੁਸਾਫਰਾਂ ਦਾ ਅੰਨ ਪਾਣੀ ਮੁੱਕਣ ਲੱਗਾ। ਕੈਨੇਡਾ ਸਰਕਾਰ ਦੇ ਇਸ ਜ਼ੁਲਮੀ ਵਰਤੀਰੇ ਵਿਰੁੱਧ ਮੁਸਾਫਰਾਂ ਤੇ ਵੈਨਕੂਵਰ ਦੇ ਭਾਰਤੀ ਆਵਾਸੀਆਂ ਵਿੱਚ ਬੜਾ ਰੋਸ ਜਾਗਿਆ। ਭਾਰਤੀ ਆਵਾਸੀਆਂ ਨੇ ਕਾਨੂੰਨੀ ਲੜਾਈ ਲੜਨ ਲਈ ਵਕੀਲ ਕੀਤੇ, ਜਿਨ੍ਹਾਂ ਨੇ ਇਮੀਗ੍ਰੇਸ਼ਨ, ਘਾਟਾਂ ਦੇ ਮਹਿਕਮੇ ਤੇ ਹੋਰ ਸਬੰਧਤ ਸਰਕਾਰੀ ਅਫਸਰਾਂ ਨਾਲ ਗੱਲਬਾਤ ਚਲਾਈ, ਪਰ ਪੂਰੀ ਵਾਹ ਲਾਉਣ ਦੇ ਬਾਵਜੂਦ ਵਕੀਲਾਂ ਦਾ ਕੋਈ ਚਾਰਾ ਨਾ ਚੱਲਿਆ। ਕੈਨੇਡਾ ਸਰਕਾਰ ਦੇ ਇਸ ਅਨਿਆਈ ਸਲੂਕ ਨੇ ਮੁਸਾਫਰਾਂ ਦਾ ਬੁਰਾ ਹਾਲ ਕਰ ਦਿੱਤਾ। ਉਹਨਾਂ ਦਾ ਖਾਣ ਪੀਣ ਦਾ ਸਾਮਾਨ ਖਤਮ ਹੋ ਗਿਆ। ਕੁੱਲ 376 ਮੁਸਾਫਰਾਂ ਵਿੱਚੋਂ 340 ਸਿੱਖ, 12 ਹਿੰਦੂ ਤੇ 24 ਮੁਸਲਮਾਨ ਸਨ। ਜਹਾਜ਼ ਅੰਦਰ ਆਰਜੀ ਤੌਰ ਤੇ ਗੁਰਦੁਆਰਾ ਤੇ ਮਸੀਤ ਬਣਾਈ ਗਈ ਸੀ। ਮੁਸਾਫਰਾਂ ਦੀ ਧਾਰਮਿਕ ਨਿਸ਼ਠਾ ਨੇ ਉਹਨਾਂ ਨੂੰ ਲਗਾਤਾਰ ਚੜ੍ਹਦੀ ਕਲਾ ਵਿੱਚ ਰੱਖਿਆ। ਭਾਰਤੀ ਮੁਸਾਫਰਾਂ ਨਾਲ ਅੰਗਰੇਜ਼ੀ ਸਾਮਰਾਜ ਦੇ ਜ਼ਾਲਮਾਨਾ ਤੇ ਦੁਸ਼ਮਣੀ ਭਰੇ ਵਰਤਾਓ ਦੇ ਖਿਲਾਫ ਕੈਨੇਡਾ ਤੇ ਅਮਰੀਕਾ ਦੇ ਹਿੰਦੀਆਂ ਵਿੱਚ ਭਾਰੀ ਗੁੱਸਾ ਪੈਦਾ ਹੋਇਆ। ਵਿਕਟੋਰੀਆ ਤੇ ਵੈਨਕੂਵਰ ਦੇ ਗੁਰਦੁਆਰਿਆਂ ਵਿੱਚ ਹਰ ਰੋਜ਼ ਦੀਵਾਨ ਸਜਦੇ ਤੇ ਸਰਕਾਰ ਦੇ ਜ਼ੁਲਮੀ ਵਰਤੀਰੇ ਦੀ ਗੁਸੈਲੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਂਦੀ। ਅਮਰੀਕਾ ਅੰਦਰ ਗਦਰ ਪਾਰਟੀ ਨੇ ਇਸ ਮਸਲੇ ਤੇ ਪ੍ਰਚਾਰ ਦੀ ਜ਼ੋਰਦਾਰ ਮੁਹਿੰਮ ਚਲਾਈ। ਇਸ ਬਾਰੇ ਗਦਰ ਅਖਬਾਰ ਦਾ ਵਿਸ਼ੇਸ਼ ਅੰਕ ਕੱਢਿਆ ਗਿਆ। ਗਦਰ ਪਾਰਟੀ ਦੇ ਆਗੂਆਂ ਅੰਦਰ ਪਾਣੀਆਂ ਵਿੱਚ ਘਿਰੇ ਬੇਵੱਸ ਮੁਸਾਫਰਾਂ ਕੋਲ ਕਿਸੇ ਨਾ ਕਿਸੇ ਢੰਗ ਨਾਲ ਹਥਿਆਰ ਪਹੁੰਚਾਉਣ ਬਾਰੇ ਵੀ ਵਿਚਾਰ ਚਰਚਾ ਹੋਈ, ਤਾਂ ਜੋ ਉਹ ਲੋੜ ਪੈਣ ਤੇ ਕੈਨੇਡੀਅਨ ਪੁਲਿਸ ਦੇ ਹਮਲੇ ਦਾ ਕਰਾਰਾ ਜਵਾਬ ਦੇ ਸਕਣ। ਭਾਈ ਕਰਤਾਰ ਸਿੰਘ ਸਰਾਭਾ ਦੇ ਮਨ ਅੰਦਰ ਕਾਮਾਗਾਟਾ ਮਾਰੂ ਜਹਾਜ਼ ਉੱਤੇ ਹਵਾਈ ਜਹਾਜ਼ ਦੇ ਜ਼ਰੀਏ ਹਥਿਆਰ ਸੁੱਟਣ ਦਾ ਮਾਰ ਕੇ ਬਾਜ਼ ਖਿਆਲ ਵੀ ਆਇਆ। ਭਾਰਤ ਅੰਦਰ, ਖਾਸ ਕਰਕੇ ਪੰਜਾਬ ਵਿੱਚ ਵੀ ਅੰਗਰੇਜ਼ੀ ਸਰਕਾਰ ਦੀ ਇਸ ਹਨੇਰ ਗਰਦੀ ਖਿਲਾਫ ਵਿਆਪਕ ਰੋਹ ਪੈਦਾ ਹੋਇਆ। ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਅੰਦਰ ਵੱਡੇ ਇਕੱਠ ਕਰਕੇ ਅੰਗਰੇਜ਼ ਸਰਕਾਰ ਦੇ ਜ਼ੁਲਮੀ ਵਤੀਰੇ ਵਿਰੁੱਧ ਰੋਸ ਮਤੇ ਪਾਏ ਗਏ, ਪਰ ਅੰਗਰੇਜ਼ ਸਰਕਾਰ ਨੇ ਲੋਕਾਂ ਦੇ ਇਸ ਹੱਕੀ ਰੋਸ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਅਖੀਰ ਵਿੱਚ ਕੋਈ ਚਾਰਾ ਚੱਲਦਾ ਨਾ ਵੇਖ ਕੇ 23 ਜੁਲਾਈ ਨੂੰ ਜਹਾਜ਼ ਨੂੰ
ਵੈਨਕੂਵਰ ਤੋਂ ਮੁੜਨ ਲਈ ਮਜਬੂਰ ਹੋਣਾ ਪੈ ਗਿਆ। ਇਸ ਨਾਲ ਅਮਰੀਕਾ ਤੇ ਕੈਨੇਡਾ ਦੇ ਭਾਰਤੀ ਆਵਾਸੀਆਂ ਦੇ ਨਾਲ ਹੀ ਪੰਜਾਬ ਦੇ ਲੋਕਾਂ ਅੰਦਰ ਵੀ ਅੰਗਰੇਜ਼ ਸਰਕਾਰ ਵਿਰੁੱਧ ਗੁੱਸੇ ਦੀ ਪ੍ਰਚੰਡ ਲਹਿਰ ਫੈਲ ਗਈ। ਜਦੋਂ ਗੁਰੂ ਨਾਨਕ ਜਹਾਜ਼ ਦੇ ਵੈਨਕੂਵਰ ਤੋਂ ਵਾਪਸ ਹਿੰਦੁਸਤਾਨ ਨੂੰ ਚੱਲ ਪੈਣ ਦੀ ਖਬਰ ਅਮਰੀਕਾ ਅੰਦਰ ਗਦਰ ਪਾਰਟੀ ਦੇ ਆਗੂਆਂ ਕੋਲ ਪਹੁੰਚੀ ਤਾਂ ਪਾਰਟੀ ਦੇ ਗੁਪਤ ਕਮਿਸ਼ਨ ਤੇ ਪ੍ਰਬੰਧਕੀ ਕਮੇਟੀ ਦੀ ਫੌਰੀ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਸਮੁੱਚੇ ਹਾਲਾਤ ਉੱਤੇ ਡੂੰਘੀ ਵਿਚਾਰ ਹੋਈ। ਕਾਮਾਗਾਟਾ ਮਾਰੂ ਦੀ ਘਟਨਾ ਤੋਂ ਪਹਿਲਾਂ ਹੀ ਪਾਰਟੀ ਦੇ ਗੁਪਤ ਕਮਿਸ਼ਨ ਦਾ ਸੰਸਾਰ ਦੇ ਰਾਜਸੀ ਹਾਲਾਤ ਬਾਰੇ ਇਹ ਜਾਇਜ਼ਾ ਬਣ ਗਿਆ ਸੀ ਕਿ ਸੰਸਾਰ ਜੰਗ ਉਮੀਦ ਨਾਲੋਂ ਪਹਿਲਾਂ ਛਿੜ ਸਕਦੀ ਹੈ, ਜਿਸ ਕਰਕੇ ਭਾਰਤ ਅੰਦਰ ਗਦਰ ਦੀਆਂ ਤਿਆਰੀਆਂ ਤੇਜ਼ ਕਰਨ ਲਈ ਅਮਰੀਕਾ ਤੋਂ ਪਾਰਟੀ ਦੇ ਇੱਕ ਸਿਆਣੇ ਤੇ ਤਜਰਬੇਕਾਰ ਆਗੂ ਨੂੰ ਹਿੰਦੁਸਤਾਨ ਚਲੇ ਜਾਣਾ ਚਾਹੀਦਾ ਹੈ ਅਤੇ ਉੱਥੇ ਜਾ ਕੇ ਪਾਰਟੀ ਦਾ ਆਧਾਰ ਤੇ ਢਾਂਚਾ ਸਿਰਜਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਪਰ ਜਿਉਂ ਹੀ ਕਾਮਾਗਾਟਾ ਮਾਰੂ ਜਹਾਜ਼ ਦੇ ਵੈਨਕੂਵਰ ਤੋਂ ਵਾਪਸ ਚੱਲ ਪੈਣ ਦਾ ਪਤਾ ਲੱਗਿਆ ਤਾਂ ਇਸ ਫੈਸਲੇ ਉੱਤੇ ਤੁਰੰਤ ਅਮਲ ਕਰਨ ਦਾ ਫੈਸਲਾ ਹੋਇਆ। ਬਾਬਾ ਸੋਹਣ ਸਿੰਘ ਭਕਨਾ ਮੁਤਾਬਕ ਪ੍ਰਬੰਧਕ ਕਮੇਟੀ ਅੰਦਰ ਇਸ ਬਾਰੇ ਅਸੂਲੀ ਤੌਰ ਤੇ ਹੀ ਫੈਸਲਾ ਹੋਇਆ ਸੀ। ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਦਾ ਕਾਰਜ ਗੁਪਤ ਕਮਿਸ਼ਨ ਨੂੰ ਸੌਂਪਿਆ ਗਿਆ ਸੀ। ਗੁਪਤ ਕਮਿਸ਼ਨ ਨੇ ਇਸ ਕਾਰਜ ਲਈ ਬਾਬਾ ਸੋਹਣ ਸਿੰਘ ਭਕਨਾ ਦੀ ਚੋਣ ਕੀਤੀ। ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਅਮਰੀਕਾ ਤੋਂ ਫੌਰੀ ਰਵਾਨਾ ਹੋ ਜਾਣ ਅਤੇ ਯੋਕੋਹਾਮਾ ਜਾ ਕੇ ਵੈਨਕੂਵਰ ਤੋਂ ਭਾਰਤ ਨੂੰ ਮੁੜ ਰਹੇ ਕਾਮਾਗਾਟਾ ਮਾਰੂ ਜਹਾਜ਼ ਨਾਲ ਸੰਪਰਕ ਕਰਨ ਤਾਂ ਜੋ ਉਸ ਅਭਾਗੇ ਜਹਾਜ਼ ਦੇ ਮੁਸਾਫਰਾਂ ਦੇ ਦਿਲਾਂ ਅੰਦਰ ਅੰਗਰੇਜ਼ੀ ਸਾਮਰਾਜ ਵਿਰੁੱਧ ਪੈਦਾ ਹੋਏ ਰੋਹ ਨੂੰ ਗਦਰ ਦੇ ਪੱਖ ਵਿੱਚ ਢਾਲਿਆ ਜਾ ਸਕੇ। ਬਾਬਾ ਭਕਨਾ ਦੇ ਸ਼ਬਦਾਂ ਵਿੱਚ, ਮੈਨੂੰ ਹੁਕਮ ਹੋਇਆ ਕਿ ਗੁਪਤ ਕਮਿਸ਼ਨ ਦੇ ਮੈਂਬਰ ਦੇ ਤੌਰ ਉੱਤੇ ਮੈਂ ਯੋਕੋਹਾਮਾ ਜਾਪਾਨ ਜਾ ਕੇ ਦੇਸ਼ ਵੱਲ ਮੁੜ ਰਹੇ ਕਾਮਾਗਾਟਾ ਮਾਰੂ ਜਹਾਜ਼ ਨਾਲ ਸਬੰਧ ਸਥਾਪਿਤ ਕਰਾਂ, ਉਹਨਾਂ ਨੂੰ ਹਥਿਆਰਾਂ ਦੀਆਂ ਪੇਟੀਆਂ ਪਹੁੰਚਾਵਾਂ ਅਤੇ ਫਿਰ ਹੋਰ ਦੇਸ਼ਾਂ ਵਿੱਚ ਘੁੰਮਦਾ ਘੁਮਾਉਂਦਾ ਭਾਰਤ ਜਾ ਕੇ ਗਦਰ ਲਹਿਰ ਨੂੰ ਜਥੇਬੰਦ ਕਰਾਂ। ਬਾਬਾ ਭਕਨਾ ਜੀ ਦੇ ਹੱਥ ਜਿਹੜੇ ਹਥਿਆਰ ਭੇਜਣੇ ਸਨ ਉਹਨਾਂ ਦਾ ਇੰਤਜ਼ਾਮ ਕਰਨ ਲਈ ਭਾਈ ਕਰਤਾਰ ਸਿੰਘ ਸਰਾਭਾ ਤੇ ਭਾਈ ਭਗਵਾਨ ਸਿੰਘ ਦੀ ਡਿਊਟੀ ਲਾਈ ਗਈ। ਅਮਰੀਕਾ ਅੰਦਰ ਹਥਿਆਰ ਬਾਜ਼ਾਰ ਵਿੱਚੋਂ ਸੌਖੇ ਹੀ ਮਿਲ ਜਾਂਦੇ ਸਨ, ਪਰ ਇਹਨਾਂ ਨੂੰ ਦੇਸ਼ ਤੋਂ ਬਾਹਰ ਲੈ ਕੇ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਇਸ ਵਾਸਤੇ ਕਰਤਾਰ ਸਿੰਘ ਸਰਾਭਾ ਨੇ ਇਹ ਤਰਕੀਬ ਕੱਢੀ ਕਿ ਬਾਬਾ ਜੀ ਜੇਕਰ ਆਮ ਦਰਜੇ ਵਿੱਚ ਸਫ਼ਰ ਕਰਨ ਦੀ ਥਾਂ ਵਿਸ਼ੇਸ਼ ਦਰਜੇ ਵਿੱਚ ਸਫ਼ਰ ਕਰਨ ਤਾਂ ਤਲਾਸ਼ੀ ਦੀ ਸੰਭਾਵਨਾ ਘੱਟ ਹੋਵੇਗੀ। ਇਸ ਕਰਕੇ ਕਰਤਾਰ ਸਿੰਘ ਸਰਾਭਾ ਨੇ ਬਾਬਾ ਜੀ ਲਈ ਜਹਾਜ਼ ਦਾ ਵਿਸ਼ੇਸ਼ ਕਮਰਾ ਰਿਜ਼ਰਵ ਕਰਵਾ ਦਿੱਤਾ। ਉਸ ਨੇ ਭਾਈ ਭਗਵਾਨ ਸਿੰਘ ਨਾਲ ਰਲ ਕੇ ਸਾਨ ਫਰਾਂਸਿਸਕੋ ਦੇ ਬਾਜ਼ਾਰ ਮਾਰਕਸ ਸਟਰੀਟ ਸਟੋਰ ਨੰਬਰ 464 ਵਿੱਚੋਂ 200 ਪਿਸਤੌਲ ਤੇ 2000 ਕਾਰਤੂਸ ਖਰੀਦੇ। ਨੋਟ: ਭਾਈ ਭਗਵਾਨ ਸਿੰਘ ਨੇ ਪਿਸਤੌਲਾਂ ਤੇ ਗੋਲੀਆਂ ਦੀ ਗਿਣਤੀ ਵੱਧ ਦੱਸੀ ਹੈ, ਪਰ ਇਸ ਬਾਰੇ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਦੱਸੀ ਉਪਰੋਕਤ ਗਿਣਤੀ ਵੱਧ ਸਹੀ ਪ੍ਰਤੀਤ ਹੁੰਦੀ ਹੈ ਅਤੇ ਇਹਨਾਂ ਨੂੰ 2 ਪੇਟੀਆਂ ਵਿੱਚ ਬੰਦ ਕਰਕੇ ਜਹਾਜ਼ ਦੇ ਚੱਲਣ ਤੋਂ 1 ਘੰਟਾ ਪਹਿਲਾਂ ਪੂਰੀ ਸਾਵਧਾਨੀ ਨਾਲ ਹਥਿਆਰਾਂ ਦੀਆਂ ਪੇਟੀਆਂ ਕਮਰੇ ਵਿੱਚ ਲਿਜਾ ਰੱਖੀਆਂ ਅਤੇ ਕਮਰੇ ਨੂੰ ਜੰਦਰਾ ਲਾ ਕੇ ਚਾਬੀਆਂ ਬਾਬਾ ਜੀ ਦੇ ਸਪੁਰਦ ਕਰ ਦਿੱਤੀਆਂ। ਬਾਬਾ ਜੀ ਚਾਬੀਆਂ ਲੈ ਕੇ ਸੂਈਆ ਏਜੰਸੀਆਂ ਤੋਂ ਅੱਖ ਬਚਾ ਕੇ 21 ਜੁਲਾਈ 1914 ਨੂੰ ਜਹਾਜ਼ ਦੇ ਚੱਲਣ ਤੋਂ ਸਿਰਫ 15 ਕੁ ਮਿੰਟ ਪਹਿਲਾਂ ਚੁੱਪ ਚਪੀਤੇ ਜਹਾਜ਼ ਵਿੱਚ ਸਵਾਰ ਹੋ ਗਏ। ਸੰਸਾਰ ਜੰਗ ਛਿੜ ਪਈ। ਬਾਬਾ ਭਕਨਾ 21 ਜੁਲਾਈ ਨੂੰ ਅਮਰੀਕਾ ਤੋਂ ਚੱਲੇ ਸਨ। ਉਸ ਤੋਂ 4 ਦਿਨਾਂ ਬਾਅਦ ਹੀ 25 ਜੁਲਾਈ ਨੂੰ ਜਰਮਨੀ ਨੇ ਸਰਬੀਆ ਉੱਤੇ ਹਮਲਾ ਕਰ ਦਿੱਤਾ ਸੀ। ਭਾਵੇਂ ਬਰਤਾਨੀਆ ਤੇ ਰੂਸ ਨੇ ਜੰਗ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਨਹੀਂ ਕੀਤਾ ਸੀ, ਪਰ ਰਾਜਸੀ ਘਟਨਾਵਾਂ ਉੱਤੇ ਤਿੱਖੀ ਨਜ਼ਰ ਰੱਖਣ ਵਾਲੇ ਜਾਣਕਾਰ ਸਮਝ ਗਏ ਸਨ ਕਿ ਅਮਲੀ ਤੌਰ ਤੇ ਸੰਸਾਰ ਜੰਗ ਆਰੰਭ ਹੋ ਗਈ ਸੀ। ਬਰਤਾਨੀਆ ਵੱਲੋਂ ਰਸਮੀ ਐਲਾਨ ਕਰਨਾ ਹੀ ਬਾਕੀ ਸੀ। 26 ਜੁਲਾਈ ਨੂੰ ਲਾਸ ਏਂਜਲਸ ਦੇ ਨਜ਼ਦੀਕ ਔਕਸਨਾਰਡ ਨਾਮੀ ਕਸਬੇ ਵਿੱਚ ਗਦਰ ਪਾਰਟੀ ਵੱਲੋਂ ਬੁਲਾਈ ਸਭਾ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਜੰਗ ਛਿੜਨ ਦਾ ਐਲਾਨ ਕਰ ਦਿੱਤਾ ਸੀ ਅਤੇ ਪਾਰਟੀ ਵਰਕਰਾਂ ਨੂੰ ਤੁਰੰਤ ਗਦਰ ਲਈ ਕਮਰ ਕੱਸੇ ਕਰ ਲੈਣ ਦਾ ਸੱਦਾ ਦੇ ਦਿੱਤਾ ਸੀ। ਗਦਰ ਪਾਰਟੀ ਦੇ ਆਗੂਆਂ ਨੇ ਸੰਸਾਰ ਜੰਗ ਛਿੜ ਜਾਣ ਉਪਰੰਤ ਪੈਦਾ ਹੋਈ ਨਵੀਂ ਹਾਲਤ ਉੱਤੇ ਵਿਚਾਰਾਂ ਕਰਨ ਲਈ ਪਾਰਟੀ ਦੇ ਸਾਰੇ ਆਗੂਆਂ
ਤੇ ਅਹਿਮ ਵਰਕਰਾਂ ਦੀ ਜੁਗਾਂਤਰ ਆਸ਼ਰਮ ਵਿੱਚ ਹੰਗਾਮੀ ਮੀਟਿੰਗ ਸੱਦ ਲਈ ਸੀ। ਇਸ ਮੀਟਿੰਗ ਵਿੱਚ ਅਮਰੀਕਾ ਤੇ ਕੈਨੇਡਾ ਦੇ ਤਕਰੀਬਨ ਸਾਰੇ ਅਹਿਮ ਆਗੂ ਤੇ ਮੋਹਰੀ ਵਰਕਰ ਸ਼ਾਮਲ ਹੋਏ। ਅਸਟੋਰੀਆ ਤੋਂ ਭਾਈ ਕੇਸਰ ਸਿੰਘ ਠੱਠਗੜ੍ਹ, ਸੇਂਟ ਜਾਨ ਤੋਂ ਪੰਡਤ ਕਾਂਸ਼ੀ ਰਾਮ ਮੜੌਲੀ, ਵਾਨਾ ਤੋਂ ਭਾਈ ਊਧਮ ਸਿੰਘ ਕਸੇਲ ਤੇ ਭਾਈ ਈਸ਼ਰ ਸਿੰਘ ਮਰਹਾਣਾ, ਪੋਰਟਲੈਂਡ ਤੋਂ ਭਾਈ ਰੁਲੀਆ ਸਿੰਘ ਸਰਾਭਾ ਤੇ ਹੋਰ, ਕੈਲੀਫੋਰਨੀਆ ਤੋਂ ਭਾਈ ਭਗਵਾਨ ਸਿੰਘ, ਮੌਲਵੀ ਬਰਕਤੁੱਲਾ, ਪੰਡਤ ਰਾਮਚੰਦਰ ਪਿਸ਼ੌਰੀਆ, ਭਾਈ ਜਵਾਲਾ ਸਿੰਘ ਠੱਠੀਆਂ, ਸੰਤ ਵਸਾਖਾ ਸਿੰਘ ਦਦੇਹਰ, ਭਾਈ ਸੰਤੋਖ ਸਿੰਘ, ਭਾਈ ਹਜ਼ਾਰਾ ਸਿੰਘ ਦਦੇਹਰ, ਭਾਈ ਕਮਰ ਸਿੰਘ ਚੀਮਾ, ਭਾਈ ਰੂੜ ਸਿੰਘ ਚੂੜਚੱਕ ਤੋਂ ਇਲਾਵਾ ਦਰਜਨਾਂ ਹੀ ਹੋਰ ਇਨਕਲਾਬੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਕੈਨੇਡਾ ਤੋਂ ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਕਾਰੀ ਸਾਰੀ ਤੇ ਭਾਈ ਸ਼ੇਰ ਸਿੰਘ ਵੈਈ ਪੁਈ ਤੇ ਕੁਝ ਹੋਰ ਦੇਸ਼ ਭਗਤ ਪਹੁੰਚੇ। ਮੀਟਿੰਗ ਵਿੱਚ ਹਾਲਾਤ ਦੇ ਸਾਰੇ ਪੱਖਾਂ ਬਾਰੇ ਗੰਭੀਰ ਸਲਾਹਾਂ ਤੇ ਵਿਚਾਰਾਂ ਹੋਈਆਂ। ਇਸ ਗੱਲ ਬਾਰੇ ਲਗਭਗ ਸਾਰੇ ਆਗੂ ਇੱਕਮਤ ਸਨ ਕਿ ਭਾਰਤ ਅੰਦਰ ਬਰਤਾਨਵੀ ਹਕੂਮਤ ਦੇ ਖਿਲਾਫ ਬਗਾਵਤ ਜਥੇਬੰਦ ਕਰਨ ਲਈ ਪਾਰਟੀ ਨੇ ਆਪਣੇ ਆਪ ਨੂੰ ਜਥੇਬੰਦਕ ਤੇ ਸੈਨਿਕ ਪੱਖ ਤੋਂ ਸਮਰੱਥ ਬਣਾਉਣ ਲਈ ਤਿਆਰੀਆਂ ਦੀ ਜਿਹੜੀ ਰੂਪਰੇਖਾ ਬਣਾਈ ਸੀ, ਉਸ ਉੱਤੇ ਅਜੇ ਬਹੁਤ ਥੋੜਾ ਅਮਲ ਹੀ ਹੋ ਸਕਿਆ ਸੀ। ਪਾਰਟੀ ਬਣਾਉਣ ਵਕਤ ਇਹ ਅਨੁਮਾਨ ਲਾਇਆ ਗਿਆ ਸੀ ਕਿ ਸੰਸਾਰ ਜੰਗ ਛਿੜਨ ਵਿੱਚ 5-6 ਸਾਲ ਜ਼ਰੂਰ ਲੱਗਣਗੇ ਅਤੇ ਇਸ ਤਰ੍ਹਾਂ ਪਾਰਟੀ ਨੂੰ ਜਥੇਬੰਦਕ ਤੇ ਸੈਨਿਕ ਤਿਆਰੀਆਂ ਕਰਨ ਲਈ ਚੋਖਾ ਵਕਤ ਮਿਲ ਜਾਵੇਗਾ। ਪਰ ਹੋਇਆ ਇਹ ਕਿ ਪਾਰਟੀ ਬਣਨ ਤੋਂ 1 ਸਾਲ ਬਾਅਦ ਹੀ ਸੰਸਾਰ ਜੰਗ ਛਿੜ ਪਈ। ਇਸ ਲਈ ਮੀਟਿੰਗ ਅੰਦਰ ਵਿਚਾਰਨ ਵਾਲਾ ਪ੍ਰਮੁੱਖ ਸਵਾਲ ਇਹ ਸੀ ਕਿ ਕੀ ਇੰਨੀ ਘੱਟ ਤਿਆਰੀ ਨਾਲ ਭਾਰਤ ਅੰਦਰ ਬਰਤਾਨਵੀ ਰਾਜ ਵਿਰੁੱਧ ਜੰਗ ਛੇੜਨੀ ਉਚਿਤ ਹੋਵੇਗੀ। ਪੂਰੀ ਤਿਆਰੀ ਕੀਤੇ ਬਿਨਾਂ ਹੀ ਏਡੀ ਵੱਡੀ ਤੇ ਤਾਕਤਵਰ ਧਿਰ ਨਾਲ ਹਥਿਆਰਬੰਦ ਟੱਕਰ ਲੈਣੀ ਕੀ ਰਾਜਸੀ ਤੇ ਸੈਨਿਕ ਦ੍ਰਿਸ਼ਟੀ ਤੋਂ ਬਚਗਾਨਾਪਣ ਨਹੀਂ ਹੋਵੇਗਾ। ਹਾਲਾਤ ਬਾਰੇ ਇਹ ਨਾਮੁਖੀ ਜਾਇਜ਼ਾ ਪਾਰਟੀ ਨੂੰ ਬਰਤਾਨਵੀ ਹਕੂਮਤ ਵਿਰੁੱਧ ਹਥਿਆਰਬੰਦ ਬਗਾਵਤ ਕਰਨ ਦਾ ਮਾਰ ਕੇ ਬਾਜ਼ ਕਦਮ ਉਠਾਉਣ ਤੋਂ ਵਰਜਦਾ ਸੀ। ਪਰ ਦੂਜੇ ਪਾਸੇ ਗਦਰ ਪਾਰਟੀ ਦਾ ਬਾਨਣੂ ਹੀ ਇਸ ਖਿਆਲ ਨਾਲ ਬੰਨਿਆ ਗਿਆ ਸੀ ਕਿ ਜਦੋਂ ਯੂਰਪ ਵਿੱਚ ਜੰਗ ਛਿੜ ਪੈਣ ਮੌਕੇ ਬਰਤਾਨੀਆ ਨੂੰ ਆਪਣੀ ਸਾਰੀ ਜੰਗੀ ਤਾਕਤ ਯੂਰਪ ਅੰਦਰ ਯੁੱਧ ਦੇ ਮੋਰਚਿਆਂ ਵਿੱਚ ਝੋਕਣੀ ਪੈ ਜਾਵੇਗੀ, ਤਾਂ ਉਸ ਵੇਲੇ ਭਾਰਤ ਅੰਦਰ ਬਸਤੀਵਾਦੀ ਰਾਜ ਨੂੰ ਉਲਟਾਉਣਾ ਮੁਕਾਬਲਤਨ ਸੌਖਾ ਹੋ ਜਾਵੇਗਾ। ਇਸ ਕਰਕੇ ਹੁਣ ਜਦੋਂ ਇਹ ਆਸ ਜਿਉਂਦੀ ਜਾਗਦੀ ਹਕੀਕਤ ਬਣ ਗਈ ਸੀ, ਤਾਂ ਇਸ ਸਾਜ਼ਗਾਰ ਹਾਲਤ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਿਉਂ ਨਾ ਕੀਤੀ ਜਾਵੇ। ਜੋਗਾਂਤਰ ਆਸ਼ਰਮ ਵਿੱਚ ਜੁੜ ਬੈਠੇ ਗਦਰ ਪਾਰਟੀ ਦੇ ਇਨਕਲਾਬੀ ਆਗੂ ਕਈ ਦਿਨਾਂ ਤੱਕ ਇਹਨਾਂ ਦੋ ਵਿਰੋਧੀ ਵਿਚਾਰਾਂ ਉੱਤੇ ਗੈਰ ਗੰਭੀਰ ਹੋ ਕੇ ਚਿੰਤਨ ਕਰਦੇ ਰਹੇ। ਭਾਈ ਭਗਵਾਨ ਸਿੰਘ, ਜਿਹੜੇ ਉਸ ਮੀਟਿੰਗ ਵਿੱਚ ਹਾਜ਼ਰ ਸਨ, ਨੇ ਆਪਣੀ ਸਵੈ ਜੀਵਨੀ ਵਿੱਚ ਗਦਰ ਪਾਰਟੀ ਦੇ ਆਗੂਆਂ ਨੂੰ ਦਰਪੇਸ਼ ਦੁਬਦਾ ਇੰਜ ਦਰਸਾਈ ਹੈ। ਸਾਡਾ ਖਿਆਲ ਸੀ ਲੜਾਈ ਵਾਸਤੇ ਯੂਰਪ ਵਿੱਚ ਹਾਲਤ ਤਾਂ ਬਣ ਰਹੇ ਹਨ, ਪਰ ਸਾਨੂੰ 1920 ਤੱਕ ਲੜਾਈ ਲੱਗਣ ਦੀ ਉਮੀਦ ਸੀ, ਪਰ ਇਹ ਚੱਲ ਪਈ 1914 ਵਿੱਚ। 6 ਸਾਲ ਦਾ ਜਿਹੜਾ ਅਸੀਂ ਆਪਣੇ ਆਪ ਨੂੰ ਤਿਆਰ ਕਰਨ ਦਾ ਤੇ ਆਪਣੇ ਪਲਾਨ ਬਣਾਉਣ ਦਾ ਮੌਕਾ ਲੱਭਦੇ ਸੀ, ਉਹ ਸਾਡੇ ਹੱਥੋਂ ਗੁੰਮ ਹੋ ਗਿਆ। ਜਿਹੜੀ ਗਦਰ ਪਾਰਟੀ ਸੀ, ਇਹ ਜੂਨ 1913 ਵਿੱਚ ਬਣੀ ਸੀ। ਜਿਹੜਾ ਪਹਿਲਾ ਪਰਚਾ ਗਦਰ ਦਾ ਉਰਦੂ ਵਿੱਚ ਨਿਕਲਿਆ, ਉਹ 1 ਨਵੰਬਰ 1913 ਨੂੰ ਨਿਕਲਿਆ। 9 ਮਹੀਨੇ ਬਾਅਦ ਹੀ ਦੁਨੀਆ ਦੀ ਜੰਗ ਸ਼ੁਰੂ ਹੋ ਗਈ। ਸੋਚੋ, 9 ਮਹੀਨਿਆਂ ਵਿੱਚ ਕੀ ਵੱਡੀਆਂ ਕਰਾਮਾਤਾਂ ਹੋ ਸਕਦੀਆਂ ਸਨ। ਕਿਵੇਂ ਲੋਕਾਂ ਨੂੰ ਜੋਸ਼ ਦਿੱਤਾ ਜਾ ਸਕਦਾ ਸੀ, ਕਿਸ ਤਰ੍ਹਾਂ ਇਹਨਾਂ ਨੂੰ ਭਰਤੀ ਕੀਤਾ ਜਾ ਸਕਦਾ ਸੀ, ਕਿਸ ਤਰ੍ਹਾਂ ਇਹਨਾਂ ਦੇ ਕੰਮ ਛੁਡਾ ਕੇ ਮੁਲਕ ਦੀ ਆਜ਼ਾਦੀ ਲਈ ਲੜਨ ਮਰਨ ਵਾਸਤੇ ਭੇਜਿਆ ਜਾ ਸਕਦਾ ਸੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਸਵਾਲ ਸਾਡੇ ਸਾਹਮਣੇ ਇਹ ਸੀ ਕਿ ਕੀ ਅਸੀਂ ਅਜੇ ਤਿਆਰ ਨਹੀਂ ਸਾਂ? ਸਾਡੇ ਕੋਲ ਹਥਿਆਰ ਨਹੀਂ, ਕੋਈ ਤਾਕਤ ਨਹੀਂ, ਕੋਈ ਪੈਸਾ ਨਹੀਂ, ਸੈਨਿਕ ਵਿਦਿਆ ਨਹੀਂ। ਕੁਝ ਕਰੀਏ ਜਾਂ ਨਾ ਕਰੀਏ, ਮੁਲਕ ਵਿੱਚ ਕੁਝ ਨਹੀਂ ਹੋਣਾ। ਬੜੇ ਭਾਰੀ ਧੜੇ ਬਣੇ ਹੋਏ ਹਨ। ਸਵਾਲ ਸਾਰਿਆਂ ਸਾਹਮਣੇ ਕਿ ਜੋਸ਼ ਦੇ ਕੇ ਆਪਣੇ ਆਦਮੀ ਬਾਹਰੋਂ ਮੁਲਕ ਵਿੱਚ ਭੇਜੀਏ, ਇਹ ਫੜੇ ਜਾਣ, ਇਹ ਮਾਰੇ ਜਾਣ, ਜੇਲਾਂ ਹੋਣ, ਫਾਂਸੀਆਂ ਹੋਣ, ਸਭ ਕੁਝ ਹੋਵੇ, ਕਿ ਅਸੀਂ ਇਹ ਰਿਸਕ ਲਈਏ ਜਾਂ ਨਾ ਲਈਏ? ਇਹ ਸਾਡੇ ਸਾਹਮਣੇ ਇੱਕ ਅਹਿਮ ਸਵਾਲ ਸੀ। ਦੂਜੇ ਪਾਸੇ ਗਦਰੀ ਆਗੂਆਂ ਨੂੰ ਇਹ ਗੱਲ ਵੀ ਸਪਸ਼ਟ ਸੀ ਕਿ ਜੇ ਅਸੀਂ ਲੜਾਈ ਦੇ ਮੌਕੇ ਤੋਂ ਲਾਭ ਨਹੀਂ ਉਠਾਉਂਦੇ ਤਾਂ ਫਿਰ ਸਾਨੂੰ ਬੜੀ ਮੁਸ਼ਕਲ ਨਾਲ 50 ਸਾਲ ਬਾਅਦ ਮੌਕਾ ਮਿਲੇਗਾ।
ਇਸ ਤਰ੍ਹਾਂ ਸਾਰੇ ਪੱਖਾਂ ਉੱਤੇ ਵਿਚਾਰਾਂ ਕਰਨ ਤੋਂ ਬਾਅਦ ਪਾਰਟੀ ਦੇ ਆਗੂਆਂ ਨੇ ਅਖੀਰ ਵਿੱਚ ਇਹ ਫੈਸਲਾ ਕੀਤਾ ਕਿ ਇਹ ਅੱਛਾ ਹੋਵੇਗਾ ਕਿ ਗਦਰ ਸ਼ੁਰੂ ਕਰੀਏ। ਸਾਡੇ ਆਦਮੀ ਜ਼ਰੂਰ ਮਾਰੇ ਜਾਣਗੇ, ਜੇਲ੍ਹਾਂ ਵਿੱਚ ਜਾਣਗੇ, ਤਕਲੀਫਾਂ ਹੋਣਗੀਆਂ, ਪਰ ਚੁੱਪ ਰਹਿ ਜਾਣ ਨਾਲੋਂ ਕੁਝ ਕਰਕੇ ਹਾਰ ਜਾਣਾ ਚੰਗਾ ਹੈ। ਇਤਿਹਾਸ ਵਿੱਚ ਹਾਰ ਵੀ ਕੰਮ ਆਵੇਗੀ। ਪਾਰਟੀ ਨੂੰ ਆਸ ਦੀ ਇੱਕੋ ਹੀ ਕਿਰਨ ਦਿਖਾਈ ਦਿੰਦੀ ਸੀ, ਉਹ ਇਹ ਕਿ ਜੇਕਰ ਫੌਜ ਅੰਦਰਲੇ ਭਾਰਤੀ ਸਿਪਾਹੀਆਂ ਨੂੰ ਸਾਮਰਾਜੀ ਜੰਗ ਵਿੱਚ ਅਜਾਈਂ ਜਾਨਾਂ ਗਵਾਉਣ ਨਾਲੋਂ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਵੇ ਤਾਂ ਭਾਰਤ ਅੰਦਰ ਬਰਤਾਨਵੀ ਸਰਕਾਰ ਦਾ ਤਖਤਾ ਪਲਟਣ ਦੀ ਸੰਭਾਵਨਾ ਹਕੀਕਤ ਵਿੱਚ ਬਦਲ ਸਕਦੀ ਸੀ। ਭਾਈ ਭਗਵਾਨ ਸਿੰਘ ਨੇ ਇਸ ਵਿਚਾਰ ਦੀ ਪੁਸ਼ਟੀ ਕਰਦਿਆਂ ਲਿਖਿਆ ਹੈ, ਸਾਨੂੰ ਜ਼ਿਆਦਾ ਆਸ ਸੀ ਫੌਜੀ ਭਾਈਆਂ ਉੱਤੇ। ਅਸਾਂ ਨੇ ਸੋਚਿਆ ਫੌਜਾਂ ਵਿੱਚ ਅਸੀਂ ਕੁਝ ਨਾ ਕੁਝ ਕਰ ਸਕਦੇ ਹਾਂ। ਇਸ ਉਮੀਦ ਨਾਲ ਮੀਟਿੰਗ ਵਿੱਚ ਭਾਰੀ ਬਹੁਸੰਮਤੀ ਨਾਲ ਫੈਸਲਾ ਹੋਇਆ ਕਿ ਅਮਰੀਕਾ ਵਿੱਚ ਬੈਠੇ ਪਲਾਨ ਬਣਾਈ ਜਾਣ ਦਾ ਕੋਈ ਫਾਇਦਾ ਨਹੀਂ। ਹਿੰਦੁਸਤਾਨ ਵਿੱਚ ਜਾ ਕੇ ਅੰਗਰੇਜ਼ ਨੂੰ ਹਥਿਆਰਬੰਦ ਲੜਾਈ ਦੇ ਜ਼ੋਰ ਦੇਸ਼ ਵਿੱਚੋਂ ਕੱਢ ਕੇ ਬਾਹਰ ਮਾਰਨ ਲਈ ਤੁਰ ਪੈਣਾ ਚਾਹੀਦਾ ਹੈ। ਦੇਸ਼ ਵਿੱਚ ਜਾ ਕੇ ਫੌਜਾਂ ਵਿੱਚ ਵੜ ਜਾਓ, ਪਿੰਡਾਂ ਵਿੱਚ ਘੁੰਮ ਕੇ ਲੋਕਾਂ ਨੂੰ ਨਾਲ ਲਵੋ, ਜੋ ਕਰਨਾ ਹੈ ਦੇਸ਼ ਵਿੱਚ ਜਾ ਕੇ ਕਰੋ। ਇਹ ਵਿਚਾਰ ਪਾਸ ਕਰਕੇ ਪਾਰਟੀ ਨੇ ਅੰਗਰੇਜ਼ੀ ਰਾਜ ਵਿਰੁੱਧ ਐਲਾਨੇ ਜੰਗ ਕਰਨ ਦਾ ਫੈਸਲਾ ਕੀਤਾ, ਜੋ 5 ਅਗਸਤ 1914 ਦੇ ਗਦਰ ਅਖਬਾਰ ਵਿੱਚ ਛਾਪ ਦਿੱਤਾ ਗਿਆ। ਭਾਈ ਸ਼ੇਰ ਸਿੰਘ ਵੇਈਂ ਦੇ ਵਿਚਾਰ ਇਸ ਫੈਸਲੇ ਦੇ ਉਲਟ ਸਨ। ਉਸ ਦਾ ਮਤ ਸੀ ਕਿ ਇੰਨੀ ਘੱਟ ਤਿਆਰੀ ਨਾਲ ਜਦੋਂ ਦੇਸ਼ ਅੰਦਰ ਜਨਤਾ ਅਜੇ ਤਕਰੀਬਨ ਸੁੱਤੀ ਪਈ ਸੀ, ਗਦਰ ਦੀ ਕੋਸ਼ਿਸ਼ ਕਰਨਾ ਨੁਕਸਾਨਦੇਹ ਹੋਵੇਗਾ। ਉਸ ਨੇ ਮੀਟਿੰਗ ਅੰਦਰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕੀਤੇ ਅਤੇ ਪਾਰਟੀ ਨੂੰ ਅਜਿਹਾ ਗਲਤ ਫੈਸਲਾ ਲੈਣ ਤੋਂ ਵਰਜਣ ਦਾ ਪੁਰਜ਼ੋਰ ਯਤਨ ਕੀਤਾ, ਪਰੰਤੂ ਮੀਟਿੰਗ ਅੰਦਰ ਭਾਰੂ ਰਾਏ ਇਸ ਦੇ ਉਲਟ ਸੀ। ਇਸ ਕਰਕੇ ਜਦ ਭਾਈ ਸ਼ੇਰ ਸਿੰਘ ਦਾ ਕੋਈ ਜ਼ੋਰ ਨਾ ਚੱਲਿਆ ਤਾਂ ਉਸ ਨੇ ਅਣਮੰਨੇ ਚਿੱਤ ਨਾਲ ਭਾਰੂ ਰਾਏ ਨਾਲ ਸਹਿਮਤੀ ਪ੍ਰਗਟਾ ਦਿੱਤੀ ਅਤੇ ਹੋਰਨਾਂ ਸੰਗ ਉਹ ਵੀ ਖੁਸ਼ੀ-ਖੁਸ਼ੀ ਦੇਸ਼ ਨੂੰ ਰਵਾਨਾ ਹੋ ਗਿਆ ਸੀ। ਅਜਿਹੀ ਸਥਿਤੀ ਵਿੱਚ ਹੋਰ ਕੋਈ ਪਾਰਟੀ ਹੁੰਦੀ ਤਾਂ ਉਸ ਦਾ ਦੋ ਫਾੜ ਹੋ ਜਾਣਾ ਯਕੀਨੀ ਸੀ, ਪਰ ਗਦਰ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਸਮੂਹਕ ਸਪਿਰਿਟ ਇਤਨੀ ਤਾਕਤਵਰ ਸੀ ਕਿ ਉਹਨਾਂ ਨੇ ਇੰਨੇ ਵਿਵਾਦਗ੍ਰਸਤ ਮਸਲੇ ਨੂੰ ਪੂਰੀ ਸੂਝ, ਸਿਆਣਪ ਤੇ ਭਰਪਣ ਨਾਲ ਨਜਿੱਠ ਲਿਆ ਸੀ। ਪਾਰਟੀ ਅੰਦਰ ਮਾਮੂਲੀ ਜਿਹੀ ਵੀ ਤਰੇੜ ਨਹੀਂ ਪਈ ਸੀ। ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਭਾਗ 19ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ, ਲੇਖਕ ਸਰਦਾਰ ਅਜਮੇਰ ਸਿੰਘ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।